ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੈ ਮੇਰਾ ਗੁਰ ਧਰੇ ਵਿਖਾ। ਗੁਰ ਜੈਸਾ ਨਾਹੀ ਕੋ ਦੇਵਾ ਜਿਸ ਮਸਤਕ ਭਾਗ ਸੋ ਲਾਗਾ ਸੇਵਾ। ਗੁਰੂ ਗੁਰੂ ਗੁਰ ਕਰ ਮਨ ਮੋਰਾ ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਇ ਨਾ ਮਿਟੈ ਦਾਤ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ ਤੇਰੀ ਸਰਨ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ। ਰਾਖੋ ਸਰਮ ਆਸਾੜੀ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ।
ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਜਿਸ ਪਾਸ ਬੈਠਿਆ ਸੋਹੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਵੇਖਹਿ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਵੇਖਹਿ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਪ੍ਰਗਟ ਪਹਾੜੈ ਜਾਪਦਾ, ਸਭ ਨਾਵੈ ਨੋ ਪਰਤਾਪਦਾ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਨੀ ਮਰਦ ਅਗੰਮੜੇ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ
ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਗੁਰਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿੱਥੇ ਅੰਮ੍ਰਿਤ ਬਾਣੀ ਧੁਰ ਕੀ ਬਾਣੀ ਦੀ ਵਿਚਾਰ ਕਰਨੀ ਹੈ, ਉੱਥੇ ਜੋ ਅੱਜ ਦਾ ਇਤਿਹਾਸਕ ਦਿਨ ਹੈ, ਉਹ ਧਰਤੀ ਉਹ ਨਗਰੀ ਸੰਸਾਰ ਦੇ ਕੋਨੇ-ਕੋਨੇ ਵਿੱਚ ਵਸੇ ਹੋਏ ਗੁਰਸਿੱਖ ਦੀਆਂ ਨਿਗਾਹਾਂ ਨਜ਼ਰਾਂ ਜਿਸ ਪਾਸੇ ਹਮੇਸ਼ਾ ਰਹਿੰਦੀਆਂ ਹਨ, ਜਿਸ ਧਰਤੀ ਨੂੰ ਖਾਲਸੇ ਦੀ ਵਾਸੀ ਹੋਣ ਦਾ ਇਤਿਹਾਸ ਦੇ ਅੰਦਰ ਮਾਣ ਪ੍ਰਾਪਤ ਹੈ, ਉਹ ਮਹਾਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜੀ। ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਅੱਜ ਸਥਾਪਨਾ ਦਿਵਸ ਹੈ। ਅੱਜ 19 ਜੂਨ ਹੈ। ਉਸ ਦਿਨ ਵੀ 19 ਜੂਨ ਸੀ 1665 ਈਸਵੀ ਨੂੰ, ਜਦੋਂ ਅਮਰ ਸ਼ਹੀਦ ਧਰਮ ਰੱਖਿਅਕ ਧੰਨ 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 ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਮਹਾਂਪੁਰਖ ਤਤ ਬੇਤੇ ਧੰਨ 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 ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਦੇ ਮਹਾਂਪੁਰਖਾਂ ਦੇ ਪੋਤਰੇ ਭਾਈ ਸਾਹਿਬ ਭਾਈ ਗੁਰਦਿੱਤਾ ਜੀ ਦੇ ਪਾਸੋਂ ਮੋੜੀ ਗੁਰਵਾ ਕੇ ਨੀਂਹ ਰੱਖੀ। ਇਸ ਇਤਿਹਾਸ ਨੂੰ ਵੀ ਆਪਾਂ ਵਿਚਾਰਨਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਪ੍ਰਰੰਭਤਾ ਦੇ ਸਮੇਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਸਾਂਝ ਪਾਈਏ, ਜਪੀਏ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਸੰਸਾਰ ਉਪਾ
ਸਾਹਿਬ ਸਤਿਗੁਰੂ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ। ਐਸੇ ਦੀਨ ਦਿਆਲ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਚੜਿਆ ਸੋਧਨ ਧਰਤ ਲੁਕਾਈ। ਐਸੇ ਦੀਨ ਦਿਆਲ ਜਗਤ ਜਲੰਦੇ ਨੂੰ ਠਾਰਨ ਵਾਲੇ ਪਹਿਲੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਸਾਹਿਬਾਂ ਦੇ ਮੁੱਖ ਮੰਡਲ ਦੁਆਰਾ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਰਾਗ ਦੇ ਅੰਦਰ ਮਹੱਲਾ ਪਹਿਲਾ ਘਰ ਤੀਜਾ ਦੇ ਅੰਦਰ ਦਰਜ ਹੈ, ਜਿਸ ਦਾ ਰਹਾਉ ਵਾਲਾ ਬੰਦ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਸਾਹਿਬ ਜੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਤੋਂ ਸਦਕੇ ਜਾਂਦੇ ਮਨ ਬਾਣੀ ਸਰੀਰ ਕਰਕੇ, ਹਉ ਵਾਰਨੈ ਕੁਰਬਾਨ ਤੇਰੇ ਨਾਮ ਨੂੰ, ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ, ਕਿਉਂਕਿ ਉਹਦਾ ਨਾਮ ਸਤਿਆ ਵਾਲਾ ਹੋਂਦ ਵਾਲਾ ਸਤ ਹੈ। ਝੂਠਿਆਂ ਦੇ ਨਾਮ ਝੂਠੇ, ਸੱਚੇ ਦਾ ਨਾਮ ਸਦੀਵੀ ਸਤ ਹੈ। ਇਸ ਵਾਸਤੇ ਉਹਦੇ ਨਾਮ ਤੋਂ ਸਦਕੇ ਜਾਣਾ। ਆਮ ਵਿਆਹਾਂ ਵਿੱਚ ਵੇਖਿਆ ਹੋਵੇਗਾ, ਪੁਰਾਣੇ ਸਮੇਂ 'ਚ ਖਾਸ ਕਰਕੇ ਜ਼ਿਆਦਾ ਜਦੋਂ ਵਿਆਹ ਵਾਲੇ ਘਰ ਸਪੀਕਰ ਵੱਜਦਾ ਸੀ, 5-10 ਰੁਪਏ ਕੋਈ ਵਾਜੇ ਸਪੀਕਰ ਵਾਲੇ ਨੂੰ ਦੇਵੇ ਤੇ ਉਹ ਵੇਲ ਕਰਦਾ ਸੀ। ਵਿਆਹ ਵਾਲੇ ਮੁੰਡੇ ਦੇ ਨਾਮ ਦੀ ਵੇਲ, ਮਾਮੇ ਦੇ ਨਾਮ ਦੀ ਵੇਲ, ਭੂਆ ਫੁੱਫੜ ਦੇ ਨਾਮ ਦੀ, ਇਸ ਤਰ੍ਹਾਂ ਵੇਲਾਂ ਕੀਤੀਆਂ ਜਾਂਦੀਆਂ ਸਨ ਨਾਮ ਲੈ ਕੇ। ਇਸੇ ਤਰ੍ਹਾਂ ਹੀ ਅਧਿਆਤਮਿਕ ਪੱਖ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ, ਉਹਦੀ ਸਤਿਆ, ਉਹਦੀ ਸ਼ਕਤੀ, ਉਹਦੀ ਸਮਰੱਥਾ ਤੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਬਲਿਹਾਰ ਕੁਰਬਾਨ ਸਦਕੇ ਜਾਂਦੇ ਹੋ। ਸਾਨੂੰ ਪ੍ਰੇਰਨਾ ਦਿੰਦੇ ਭਾਈ, ਬੰਦਿਆਂ ਦੇ ਨਾਮ ਦੀਆਂ ਵੇਲਾਂ, ਉਹਨਾਂ ਦੇ ਨਾਮ ਦੀ ਮਹਾਨਤਾ ਵਡਿਆਈ ਪ੍ਰਭਤਾ ਕੁਛ ਛਿਨ ਕਰਦੀ ਹੈ। ਨਾਸ਼ਵੰਤ ਹੋਂਦ ਵਾਲੀ ਸਦੀਵੀ ਨਹੀਂ, ਵੇਲ ਕਰਵਾਉਣੀ ਤੇ ਮਾਲਕ ਦੇ ਨਾਮ ਦੀ ਕਰਵਾਓ। ਸਦਕੇ ਜਾਣਾ ਹੈ, ਕੁਰਬਾਨ ਹੋਣ ਤੇ ਉਹਦੇ ਨਾਮ ਤੋਂ ਜਾਓ, ਜਿਹਦਾ ਨਾਮ ਸਦਾ ਸਦੀਵੀ ਸਤ ਹੈ, ਜਿਸ ਦਾ ਨਾਮ ਹੋਂਦ ਹਸਤੀ ਸ਼ਕਤੀ ਤੇ ਸਮਰੱਥਾ ਰੱਖਦਾ ਹੈ। ਜਪਣ ਵਾਲੇ ਨੂੰ ਉਸ ਦੇਸ਼ ਦਾ, ਉਸ ਮੰਡਲ ਦਾ ਵਾਸੀ ਬਣਾ ਦਿੰਦਾ ਜਿੱਥੇ ਆਪ ਨਾਮੀ ਰਹਿੰਦਾ ਹੈ, ਜਿੱਥੇ ਆਪਣਾ ਨਾਮੀ ਦਾ ਵਾਸਾ ਹੈ, ਨਾਮ ਉੱਥੇ ਪਹੁੰਚਾ ਦਿੰਦਾ ਹੈ। ਇਸ ਵਾਸਤੇ ਸਾਹਿਬਾਂ ਨੇ ਵਾਰ-ਵਾਰ ਬਚਨ ਕਿਹਾ ਸੀ, ਹਉ ਵਾਰਨੈ ਕੁਰਬਾਨ ਤੇਰੇ ਨਾਮ। ਮੈਂ ਮਨ ਕਰਕੇ, ਬਾਣੀ ਕਰਕੇ ਔਰ ਸਰੀਰ ਕਰਕੇ, ਤਿੰਨਾਂ ਕਰਮਾਂ ਕਰਕੇ ਹੀ ਮਾਲਕਾ ਤੇਰੇ ਨਾਮ ਤੋਂ, ਤੇਰੀ ਸਤਿਆ ਤੋਂ, ਤੈਥੋਂ ਬਲਿਹਾਰ ਤੇ ਕੁਰਬਾਨ ਹਾਂ। ਇਹ ਸਾਨੂੰ ਪ੍ਰੇਰਨਾ ਦਿੱਤੀ ਕਿ ਭਾਈ ਨਾਮ ਤੋਂ ਸਦਕੇ ਹੋਇਆ ਕਰੋ। ਨਾਮ ਦੀ ਹੋਂਦ ਹਸਤੀ ਨੂੰ ਜੇਨ ਵਿੱਚ ਵਸਾ ਕੇ ਉਹਦਾ ਧਿਆਨ ਧਾਰੋ, ਉਹਦਾ ਓਟ ਆਸਰਾ ਲਵੋ। ਅੱਗੇ ਸਾਹਿਬ ਜੀ ਇਸ ਦੀ ਵਿਸ਼ਾਲ ਰੂਪ ਵਿੱਚ ਵਿਆਖਿਆ ਕੀਤੀ ਹੈ, ਵਿਸਥਾਰ ਕੀਤਾ ਹੈ। ਰਹਾਉ ਵਾਲੇ ਬੰਦ ਦਾ ਹੀ ਸਾਰਾ ਵਿਸਥਾਰ ਹੈ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਸਾਰਾ ਨਾਮ ਦਾ ਹੀ ਪਸਾਰਾ ਹੈ। ਤਾਈਏ ਸਾਹਿਬ ਕਹਿੰਦੇ ਤੁਧ ਸੰਸਾਰ ਉਪਾਇਆ। ਕਲਗੀਧਰ ਜੀ ਨੇ ਇਸ ਪੰਕਤੀ ਦੀ ਵਿਆਖਿਆ ਕੀਤੀ, ਪ੍ਰਥਮੈ ਖੰਡਾ ਸਾਜਕੈ ਤੁਧ ਸਭ ਸੰਸਾਰ ਉਪਾਇਆ। ਖੰਡਾ ਇੱਕ ਪਾਰ ਬ੍ਰਹਮ ਦੀ ਸ਼ਕਤੀ ਦਾ ਪ੍ਰਤੀਕ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਅੱਜ ਉਸ ਪਾਵਨ ਖੰਡੇ ਦੇ ਆਪ ਜੀ ਨੂੰ ਦਰਸ਼ਨਦਾਰ ਕਰਵਾਉਣੇ ਹਨ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜਿੱਥੇ ਕਹਿੰਦੇ ਕਿ ਮਾਲਕਾ ਤੂੰ ਆਪਣੀ ਸੱਤਿਆ ਦੁਆਰਾ ਇਹ ਸੰਸਾਰ ਪੈਦਾ ਕੀਤਾ ਹੈ, ਉੱਥੇ ਸਾਹਿਬ ਕਹਿ ਰਹੇ ਨੇ ਤੁਧ, ਤੂੰ ਖੁਦ ਬਖੁਦ ਸੰਸਾਰ ਉਪਾਇਆ। ਨਾ ਕਿਸੇ ਦੀ ਸਲਾਹ ਲਈ ਹੈ, ਨਾ ਕੋਈ ਕਿਸੇ ਇੰਜੀਨੀਅਰ ਨੂੰ ਪੁੱਛਿਆ ਕਿ ਕਿਵੇਂ ਨੂੰ ਉਪਾਵਾਂ ਪੈਦਾ ਕਰਾਂ, ਸਿਰਜਾਂ। ਹੁਣ ਕੋਈ ਮਕਾਨ ਬਣਾਉਣਾ ਹੋਵੇ ਤੇ ਸੋਚੀਦਾ, ਬੰਦਾ ਸੋਚਦਾ ਨਕਸ਼ਾ ਤਿਆਰ ਕੀਤਾ ਜਾਵੇ, ਕੋਈ ਸਿਆਣਾ ਬੰਦਾ ਸੱਦਿਆ ਜਾਵੇ। ਪਿੰਡਾਂ ਵਿੱਚ ਕਹਿੰਦੇ ਉਹਨੂੰ ਵੀ ਪੁੱਛ ਲਓ, ਇੱਧਰ ਕਰਮਾ ਮਾਰ ਲਓ, ਇੱਧਰ ਮਾਰ ਲਓ, ਇੱਧਰ ਇੰਨੇ ਫੁੱਟ।
हाँ सलाह ਜ਼ਰੂਰੀ ਲੈ ਲਓ, ਕਿਉਂਕਿ ਕੋਈ ਨਾ ਕੁਛ ਤਿਆਰ ਕਰਨਾ ਬਣਾਉਣਾ। ਪਰ ਮਾਲਕ ਇਹੋ ਜਿਹਾ ਹੈ, ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਲੇਵੇ ਦੇ। ਉਹਨੇ ਪੈਦਾ ਤਾਂ ਸਭ ਕੁਛ ਕੀਤਾ, ਪਰ ਸਲਾਹ ਕਿਸੇ ਦੀ ਨਹੀਂ ਲਈ। ਉਹਨੂੰ ਸਲਾਹ ਦੀ ਲੋੜ ਹੀ ਨਹੀਂ, ਉਹਦਾ ਮੰਤਰੀ ਕੋਈ ਨਹੀਂ ਹੈ। ਤੁਧ ਸੰਸਾਰ ਉਪਾਇਆ ਤੂੰ, ਹੇ ਕਾਲ ਪੁਰਖ ਵਾਹਿਗੁਰੂ, ਇਹ ਸਾਰਾ ਸੰਸਾਰ ਤੂੰ ਪੈਦਾ ਕੀਤਾ। ਤੇ ਜੇਕਰ ਮਾਲਕ ਨੇ ਸੰਸਾਰ ਪੈਦਾ ਕੀਤਾ ਤੇ ਇਸ ਸੰਸਾਰ ਦੇ ਅੰਦਰ ਗੁਰੂ ਸਾਹਿਬ ਨੇ ਵੱਖ-ਵੱਖ ਨਗਰ ਸਿਰਜੇ, ਨਗਰ ਪੈਦਾ ਕੀਤੇ। ਉਹਨਾਂ ਨਗਰਾਂ ਦੇ ਵਿੱਚੋਂ ਜਿਵੇਂ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਸਾਇਆ, ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਨੇ ਖਡੂਰ ਸਾਹਿਬ ਵਸਾਇਆ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਕ ਗੁਰੂ ਰਾਮਦਾਸ ਵਸਾਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਲੰਧਰ ਦੇ ਨੇੜੇ ਨਗਰ ਕਰਤਾਰਪੁਰ ਸਾਹਿਬ, ਤਰਨਤਾਰਨ ਸਾਹਿਬ, ਸ੍ਰੀ ਹਰਗੋਬਿੰਦਪੁਰਾ ਜੀ ਦਾ ਪੁਰਾਣਾ ਨਾਮ ਗੋਬਿੰਦਪੁਰਾ, ਇਸ ਤਰ੍ਹਾਂ ਇਹ ਨਗਰ ਵਸਾਏ। ਛੇਵੇਂ ਸਰੂਪ 'ਚ ਸ੍ਰੀ ਹਰਗੋਬਿੰਦਪੁਰੇ ਨੂੰ ਦੁਬਾਰਾ ਆਬਾਦ ਕਰਕੇ ਮਹਾਰਾਜ ਨਗਰ ਮਾਲਵੇ ਦੀ ਧਰਤੀ 'ਤੇ ਵਸਾਇਆ। ਛੇਵੇਂ ਸਰੂਪ ਦੇ ਅੰਦਰ ਕੀਰਤਪੁਰ ਸਾਹਿਬ ਵਸਾਇਆ, ਜਿੱਥੇ ਪਿਛਲੇ 9 ਸਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਰਹੇ। ਸਤਵੇਂ ਸਰੂਪ ਦੇ ਅੰਦਰ ਮਹਾਰਾਜ, ਛੋਟਾ ਮਹਾਰਾਜ, ਇੱਕ ਵੱਡਾ ਮਹਾਰਾਜ, ਇੱਕ ਛੋਟਾ ਮਹਾਰਾਜ, ਇਹਨਾਂ ਨਗਰਾਂ ਨੂੰ ਨਿਵਾਜਿਆ। 8ਵੇਂ ਸਰੂਪ ਵਿੱਚ ਦਿੱਲੀ ਨੂੰ ਨਿਵਾਜਿਆ, ਪੰਜੋਖਰਾ ਸਾਹਿਬ ਦੀ ਧਰਤੀ ਨੂੰ ਮਾਣ ਦਿੱਤਾ। 9ਵਾਂ ਸਰੂਪ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਘਰ ਜਿਹੜਾ ਘਰ ਗੁਰੂ ਘਰ ਦਾ ਕਦੀ ਦੇਣ ਹੀ ਨਹੀਂ ਦੇ ਸਕਦਾ। ਗਵਾਲੀਅਰ ਦੇ ਕਿਲੇ ਦੇ ਵਿੱਚ ਸਾਰੀ ਜ਼ਿੰਦਗੀ ਜਿਸ ਨੇ ਸੜਨਾ ਮਰਨਾ ਸੀ, ਤਿਲ ਤਿਲ ਕਰਕੇ ਮਰ ਰਿਹਾ ਸੀ, ਰਾਜਾ ਤਾਰਾ ਚੰਦ। ਰਾਜਾ ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ। ਰਾਜਾ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ 52 ਰਾਜਿਆਂ ਦੇ ਵਿੱਚ ਰਿਹਾ ਕਰਵਾਇਆ ਸੀ। ਜਦੋਂ ਗਵਾਲੀਅਰ ਦੇ ਜੇਲ੍ਹ ਵਿੱਚ ਕਿਲੇ ਵਿੱਚੋਂ ਕੈਦ ਸੀ, ਜਿਹੜੇ 52 ਰਾਜੇ ਰਿਹਾ ਕਰਵਾਏ, ਉਹਨਾਂ ਵਿੱਚ ਜਿੱਥੇ ਅਸੀਂ ਬੈਠੇ ਹਾਂ ਬਿਲਾਸਪੁਰ ਰਿਆਸਤ ਦਾ ਰਾਜਾ ਤਾਰਾ ਚੰਦ ਵੀ ਸੀ। ਤਾਰਾ ਚੰਦ ਨੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਨਗਰ ਵਸਾਓ, ਮੇਰਾ ਵੀ ਡਰ ਦੂਰ ਹੋ ਜਾਏ, ਤੁਹਾਡੀ ਕਿਰਪਾ ਹੋਵੇ, ਉਸ ਧਰਤੀ 'ਤੇ ਚਰਨ ਪੈਣ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਜਾ ਤਾਰਾ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਕੀਰਤਪੁਰ ਸਾਹਿਬ ਨਗਰ ਵਸਾਇਆ। ਬਾਬਾ ਗੁਰਦਿੱਤਾ ਜੀ ਨੂੰ ਇਹ ਸਾਰੀ ਸੇਵਾ ਬਖਸ਼ੀ। ਧੰਨ ਬਾਬਾ ਸ਼੍ਰੀ ਚੰਦ ਜੀ ਨੇ ਮੋਹੜੀ ਕੱਢੀ। ਸੋ ਕੀਰਤਪੁਰ ਸਾਹਿਬ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਕਈ ਸਾਲ ਰਹੇ ਉਸ ਧਰਤੀ 'ਤੇ। ਕੀਰਤਪੁਰ ਸਾਹਿਬ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉੱਥੇ ਬਿਰਾਜਮਾਨ ਸਨ, ਸਿੱਖ ਸੰਗਤਾਂ ਨੂੰ ਉਤਾਰ ਰਹੇ ਸਨ, ਤਾਂ ਉਸੇ ਧਰਤੀ 'ਤੇ ਰਾਜਾ ਤਾਰਾ ਚੰਦ ਤਾਂ ਬੜਾ ਸ਼ਰਧਾਲੂ ਰਿਹਾ ਜਿੰਨਾ ਚਿਰ ਜਿਉਂਦਾ ਰਿਹਾ, ਪਰ ਉਹਦਾ ਪੁੱਤਰ ਦੀਪ ਚੰਦ ਬੜਾ ਹੰਕਾਰੀ। ਇੱਕ ਦਿਨ ਸਾਥੀਆਂ ਨੂੰ ਲੈ ਕੇ ਕੀਰਤਪੁਰ ਸਾਹਿਬ ਪਹੁੰਚਾ। ਗੁਰਤਾ ਗੱਦੀ 'ਤੇ ਬਿਰਾਜਮਾਨ ਸਨ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ। ਮਨ 'ਚ ਸੋਚ ਕੇ ਆਇਆ ਸੀ, ਇਹਨਾਂ ਕੋਲੋਂ ਟੈਕਸ ਲੈਣਾ, ਮੇਰੀ ਧਰਤੀ ਸਾਡੇ ਇਲਾਕੇ 'ਚ ਰਹਿੰਦੇ ਕਦੋਂ ਦੇ ਬੈਠੇ ਨਾ, ਕਦੀ ਟੈਕਸ ਹੀ ਨਹੀਂ ਦਿੱਤਾ, ਕੋਈ ਮਾਲੀਆ ਨਹੀਂ ਦਿੱਤਾ, ਕੋਈ ਮਾਵਲਾ ਨਹੀਂ ਤਾਰਦੇ। ਜਾਨੀ ਜਾਨ ਧੰਨ ਗੁਰੂ ਹਰਿਰਾਏ ਪਾਤਸ਼ਾਹ ਨੇ ਕੌਤਕ ਰਚਾ ਦਿੱਤਾ ਸੀ। ਰਾਜਾ ਦੀਪ ਚੰਦ ਦਾ ਸਾਰਾ ਹੰਕਾਰ ਦੂਰ ਹੋ ਗਿਆ। ਸਾਹਿਬਾਂ ਨੇ ਜਦੋਂ ਕੌਤਕ ਰਚਾਇਆ, ਉਸ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਸੀ ਚੰਪਾ। ਉਸ ਰਾਣੀ ਚੰਪਾ ਦੇ ਕੋਲੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਧਰਤੀ ਮੁੱਲ ਖਰੀਦੀ, ਜਿਸ ਨੂੰ ਪੁਰਾਣੇ ਸਮੇਂ 'ਚ ਮਾਖੋਵਾਲ ਦਾ ਥੇ ਕਹਿੰਦੇ ਸਨ, ਜਿੱਥੇ ਮੰਨਿਆ ਜਾਂਦਾ ਸੀ ਕਿ ਭੂਤਾਂ ਪ੍ਰੇਤਾਂ ਦਾ ਵਾਸਾ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਕਿ ਜਦੋਂ ਪ੍ਰੇਤ ਆਤਮਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਸ ਆਈ, ਸਾਹਿਬ ਜੀ ਬੈਠੇ ਸੀ, ਧਿਆਨ 'ਚ ਬੜੀ ਬਦਬੂ ਜੀ ਆਈ, ਕਿਉਂਕਿ ਜਿਹੜੀਆਂ ਪ੍ਰੇਤ ਆਤਮਾ ਉਹਨਾਂ ਕੋਲੋਂ ਬਦਬੂ ਆਉਂਦੀ, ਜਿਹੜੀਆਂ ਪਵਿੱਤਰ ਆਤਮਾ ਨੇ ਉਹਨਾਂ ਕੋਲ ਸੁਗੰਧੀ ਆਉਂਦੀ ਹੈ। ਸਾਹਿਬਾਂ ਨੇ ਨੇਤਰ ਖੋਲ੍ਹ ਕੇ ਵੇਖਿਆ ਤੇ ਬੜਾ ਵਿਕਰਾਲ ਰੂਪ ਵਿੱਚ ਭਿਆਨਕ ਸ਼ਕਲ ਲੈ ਕਰਕੇ ਉਹ ਆਇਆ ਸੀ। ਉਹ ਆਤਮਾ ਪਤਾ ਨਹੀਂ ਕਦੋਂ ਦੀ ਭਟਕਦੀ ਫਿਰਦੀ ਸੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਨਖ ਚੱਕਿਆ, ਪੱਥੇ 'ਚੋਂ ਤੀਰ ਕੱਢਿਆ, ਜਦੋਂ ਚਿੱਲੇ 'ਤੇ ਚਾੜਿਆ, ਚਿਰੜ ਚਿਰੜ ਦੀ ਆਵਾਜ਼ ਆਈ, ਤੀਰ ਖਿੱਚ ਕੇ ਛੱਡਣ ਲੱਗੇ। ਉਹ ਤਰਲੇ ਲੈ ਉੱਠਿਆ, ਘਗਿਆ ਉੱਠਿਆ, ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ। ਤੇ ਸਾਹਿਬ ਕਹਿਣ ਲੱਗੇ, ਤੂੰ ਕੌਣ? ਉਸਨੇ ਦੱਸਿਆ ਸੀ ਕਿ ਮੈਂ ਇੱਥੇ ਰਹਿੰਦਾ ਹਾਂ, ਲੰਮੇ ਚਿਰ ਦਾ ਵਾਸਾ। ਸਾਹਿਬ ਕਹਿੰਦੇ, ਫਿਰ ਹੁਣ
महाराज मेरा पक्का ठिकाना है, तुसीं किते होर चले जाओ। साहब कहन लगे असीं तां होर किते नहीं जा सकदे, असीं तां इत्थे ही रहांगे, नगर वसाउणा है। तू किते जाना ते चलिया जा, तेरा भला हो जाएगा। सो सतगुरु पातशाह ਨੂੰ नमस्कार करके ऐसा लिखिया इतिहास विच कि ਉਹ अवगत रू भटकदी फिरदी चली गई। 10वें ਸਰੂਪ ਵਿੱਚ ਉਹਦਾ ਭਲਾ ਕੀਤਾ ਅੱਗੇ ਜਾ ਕੇ। ਸੋ सतगुरु पातशाह महाराज जी ने ਜਦੋਂ सन 1665 ਵਿੱਚ ਪਾਵਨ ਧਰਤੀ ਬਾਬੇ ਬਕਾਲੇ ਵਿਖੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅਕਾਰਨ ਈਰਖਾ ਕੀਤੀ। 22 ਮੰਜੀਆਂ ਉੱਥੇ ਲੱਗ ਗਈਆਂ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਪੋਤਰਾ ਧੀਰਮਲ ਜੋ ਬਾਬਾ ਗੁਰਦਿੱਤਾ ਦਾ ਪੁੱਤਰ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਭਤੀਜਾ ਹੈ। 2 ਵਾਰੀ ਗੋਲੀ ਚਲਵਾਈ, ਇੱਕ ਵਾਰੀ ਮੱਥੇ ਨੂੰ ਛੋਹ ਕਰਕੇ ਲੰਘੀ, ਥੋੜਾ ਜਿਹਾ ਖੂਨ ਨਿਕਲਿਆ। ਮਾਤਾ ਨਾਨਕੀ ਜੀ ਨੇ ਧੀਰਮਲ ਨੂੰ ਸ਼ੀਹੇ ਮਸੰਦ ਨੂੰ ਬੜੀਆਂ ਲਾਹਨਤਾਂ ਪਾਈਆਂ। ਬੜੇ ਨਿਡਰ ਸਨ, ਵਿਭਾਗ ਸਨ ਮਾਤਾ ਨਾਨਕੀ ਜੀ ਕਿ ਤੁਹਾਡਾ ਅਸੀਂ ਕੀ ਵਿਗਾੜਿਆ ਹੈ, ਤੁਹਾਡੇ ਕੋਲੋਂ ਕਦੀ ਕੁਛ ਮੰਗਿਆ ਨਹੀਂ, ਤੁਹਾਡੇ ਘਰ ਲੈਣ ਵਾਸਤੇ ਕਦੀ ਨਹੀਂ ਗਏ। ਨਿਮਰਤਾ ਦੀ ਮੂਰਤ, ਕਰਨਾ ਪਰਉਪਕਾਰ ਦਾ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਖ ਤੋਂ ਬਚਨ ਨਿਕਲੇ ਸਨ, ਭਲੇ ਧੀਰਮਲ ਭਲੇ ਰੇ, ਭਲੇ ਧੀਰਮਲ ਭਲੇ। ਧੀਰਮਲ ਤੇਰਾ ਭਲਾ ਹੋਵੇ, ਭਲਾ ਹੋਵੇ। ਧਰਮ ਦਾ ਵਿਕਾਸ, ਧਰਮ ਦੀ ਪ੍ਰਫੁੱਲਤਾ ਜਿੱਥੇ ਈਰਖਾ ਤੇ ਨਫ਼ਰਤ ਹੋਵੇ ਨਾ, ਉੱਥੇ ਕਦੀ ਨਹੀਂ ਹੋ ਸਕਦੀ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੱਕਿਆ ਕਿ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਹੋਣੇ, ਧਰਮ ਦੀ ਪ੍ਰਫੁੱਲਤਾ ਹੋਣੀ, ਖਾਲਸਾ ਪੰਥ ਪ੍ਰਗਟ ਹੋਣਾ। ਇਸ ਵਾਸਤੇ ਬਾਬੇ ਬਕਾਲੇ ਦੀ ਧਰਤੀ ਨੂੰ ਛੱਡ ਕਰਕੇ ਨਵਾਂ ਆਪਣਾ ਨਗਰ ਵਸਾਇਆ ਜਾਏ ਜਿੱਥੇ ਈਰਖਾ ਨਾ ਕਰਨ, ਕੋਈ ਈਰਖਾ ਨਾ ਕਰੇ, ਕੋਈ ਦਾਵਾ ਨਾ ਕਰੇ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆ ਪਹੁੰਚੇ। ਇੱਥੇ ਵੀ ਉਸ ਸਮੇਂ ਦੇ ਲੋਕਾਂ ਦੇ ਵੱਲੋਂ ਈਰਖਾ ਕੀਤੀ ਗਈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆ ਚਰਨ ਪਾਏ ਇਸ ਧਰਤੀ 'ਤੇ। ਰਾਣੀ ਚੰਪਾ ਦੇ ਪਾਸੇ ਜ਼ਮੀਨ ਮੁੱਲ ਖਰੀਦ ਕਰਕੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ 'ਤੇ ਨਗਰ ਵਸਾਇਆ। ਨਗਰ ਦਾ ਨਾਮ ਰੱਖਿਆ ਚੱਕ ਮਾਤਾ ਨਾਨਕੀ ਜੀ। 6.5 ਸਾਲ ਦੀ ਉਮਰ ਦੇ ਸਨ ਧੰਨ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਮੁਬਾਰਕ ਚਰਨ ਇਸ ਧਰਤੀ 'ਤੇ ਪਏ। ਇੱਥੋਂ ਦੀ ਸੁੰਦਰਤਾ, ਖੂਬਸੂਰਤੀ ਵੇਖ ਕਰਕੇ ਉਹਨਾਂ ਨੇ ਨਾਮ ਬਖਸ਼ਿਸ਼ ਕੀਤਾ ਹੈ ਆਨੰਦਪੁਰ ਸਾਹਿਬ। ਆਨੰਦਦਾਇਕ ਧਰਤੀ ਹੈ। ਤੇ ਜਦੋਂ ਅਕਾਲ ਪੁਰਖ ਨੇ ਕਿਹਾ ਨਾ ਕਿ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ, ਤੁਹਾਨੂੰ ਪੰਥ ਨੂੰ ਪ੍ਰਗਟ ਕਰਨ ਵਾਸਤੇ ਸੰਸਾਰ ਵਿੱਚ ਭੇਜ ਰਹੇ ਹਾਂ, ਤਾਂ ਉਹ ਪੰਥ ਨੂੰ ਪ੍ਰਗਟ ਕਿੱਥੇ ਕਰਨਾ ਸੀ? ਉਹ ਕਲਗੀਧਰ ਜੀ ਨੇ ਆਹ ਧਰਤੀ ਚੁਣੀ। ਸੰਸਾਰ ਦੇ ਵਿੱਚੋਂ ਆਨੰਦਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਅਕਾਲ ਪੁਰਖ ਦੇ ਹੁਕਮ ਨਾਲ ਉਹ ਪੰਥ ਸਾਜਿਆ ਗਿਆ, ਜਿਹੜਾ ਪੰਥ ਕਿਸੇ ਖਾਸ ਫਿਰਕੇ ਦੀ ਰੱਖਿਆ ਵਾਸਤੇ ਨਹੀਂ, ਸਗੋਂ ਮਜਲੂਮਾਂ ਵਾਸਤੇ, ਨਿਤਾਣੇ ਤੇ ਨਿਮਾਣਿਆਂ ਦੀ ਢਾਲ ਬਣਨ ਵਾਸਤੇ, ਉਹਨਾਂ ਦੀ ਬਾਂਹ ਫੜ ਕੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ। ਜਿਹੜਾ ਵੀ ਉਸ ਪੰਥ ਦੀ ਸ਼ਰਨ ਵਿੱਚ ਆਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਪੱਟੀ ਦਾ ਮੋਚੀ ਹੋਵੇ, ਜਿਸ ਦੀ ਧੀ ਸਲਮਾ ਨੂੰ ਚੁੱਕ ਕੇ ਲੈ ਗਿਆ ਸੀ ਪੱਟੀ ਦਾ ਚੌਧਰੀ, ਭਾਈ ਤਾਰੂ ਸਿੰਘ ਦੇ ਕੋਲ ਆਇਆ, ਉਹਨਾਂ ਨੇ ਸਿੰਘਾਂ ਸਮੇਤ ਸਹਾਇਤਾ ਕੀਤੀ। ਮੁਸਲਮਾਨਾਂ ਦੀਆਂ ਲੜਕੀਆਂ, ਹਿੰਦੂਆਂ ਦੀਆਂ ਲੜਕੀਆਂ ਜਦੋਂ ਇਹੋ ਜਿਹੇ ਦੁਸ਼ਟ ਲੋਕ ਉਠਾ ਲੈਂਦੇ ਸਨ, ਖਾਲਸੇ ਦੀ ਸ਼ਰਨ ਵਿੱਚ ਕੋਈ ਵੀ ਆਇਆ ਤੇ ਉਹ ਖਾਲਸਾ ਜਿਹੜਾ ਇਸ ਧਰਤੀ 'ਤੇ ਕਲਗੀਧਰ ਜੀ ਨੇ ਪ੍ਰਗਟ ਕੀਤਾ, ਬਿਨਾਂ ਕਿਸੇ ਭੇਦ ਭਾਵ ਤੋਂ, ਨਸਲੀ ਵਿਤਕਰੇ ਤੋਂ, ਧਰਮ ਦੀ ਵਲਗਣ ਤੋਂ ਉੱਪਰ ਉੱਠ ਕਰਕੇ ਖਾਲਸੇ ਨੇ ਸ਼ਰਨ ਆਏ ਹੋਏ ਦੀ ਰੱਖਿਆ ਕੀਤੀ। ਉਹ ਸਿਧਾਂਤ ਪ੍ਰਗਟ ਕੀਤਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਸਰਨੇ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਪਿਤਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਇਸ ਨਗਰੀ ਨੂੰ ਬੜਾ ਲੰਮਾ ਸਮਾਂ ਭਾਗ ਲਾਇਆ। ਲਗਭਗ 28 ਸਾਲ ਤੋਂ ਲੈ ਕੇ 30 ਸਾਲ ਦਾ ਸਮਾਂ ਕਲਗੀਧਰ ਪਾਤਸ਼ਾਹ ਜੀ ਇਸ ਧਰਤੀ 'ਤੇ ਰਹੇ। ਇਸ ਧਰਤੀ ਨੂੰ ਨਵਾਜਿਆ, ਬੜਾ ਮਾਣ ਬਖਸ਼ਿਸ਼ ਕੀਤਾ। ਔਰ ਅੱਜ ਇਹ ਧਰਤੀ ਖਾਲਸੇ ਦੀ ਵਾਸੀ ਕਰਕੇ ਦੁਨੀਆ ਵਿੱਚ ਪ੍ਰਸਿੱਧ ਹੈ ਕਿ ਖਾਲਸਾ ਇਸ ਧਰਤੀ ਦਾ ਵਾਸੀ ਹੈ। ਖਾਲਸਾ ਇਸ ਧਰਤੀ 'ਤੇ ਪ੍ਰਗਟ ਹੋਇਆ। ਇਸ ਨਗਰ ਵਿੱਚ ਦੁਨੀਆ ਦੇ ਕੋਨੇ-ਕੋਨੇ 'ਚ ਬੈਠਾ ਸਿੱਖ ਆਪਣੇ ਆਪ ਨੂੰ ਆਨੰਦਪੁਰ ਦਾ ਵਾਸੀ ਅਖਵਾਉਂਦਾ ਹੈ।
ਇਹ ਖਾਲਸੇ ਦੀ ਜਨਮ ਭੂਮੀ, ਖਾਲਸੇ ਦਾ ਪ੍ਰਗਟ ਸਥਾਨ ਹੈ। ਅੱਜ ਦੇ ਦਿਨ ਸਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਸ ਨਗਰੀ ਨੂੰ ਆਬਾਦ ਕੀਤਾ, ਇਸ ਨਗਰੀ ਨੂੰ ਵਸਾਇਆ, ਇਸ ਨਗਰੀ ਨੂੰ ਵਸਾਉਣ ਵਾਸਤੇ ਨਹੀਂ ਰੱਖੀ, ਮੋੜੀ ਗੜਵਾਈ। ਧੰਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਰਉਪਕਾਰ ਹੈ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਬੇਅੰਤ ਵਧਾਈ ਹੋਵੇ। ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਅੱਜ ਸਮਾਗਮ ਰਚੇ ਜਾ ਰਹੇ ਹਨ, ਗੁਰਮਤਿ ਸਮਾਗਮ ਹਨ। ਇਸੇ ਸੰਬੰਧ ਵਿੱਚ ਆਪ ਸੰਗਤਾਂ ਨੇ ਹਾਜ਼ਰੀ ਭਰਦਿਆਂ ਲਾਹਾ ਲੈਣਾ ਜੀ। ਲੜੀਵਾਰ ਵਿਚਾਰ, ਕਿਉਂਕਿ ਸਮਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਲੰਮੀ ਚੌੜੀ ਵਿਚਾਰ ਕੀਤੀ ਜਾ ਸਕੇ। ਸਤਿਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਰਮਾ ਰਹੇ ਨੇ, ਮਾਲਕਾ ਤੂੰ ਇਹ ਸਾਰਾ ਸੰਸਾਰ, ਇਹ ਜਗਤ, ਇਹ ਉਪਾਇਆ ਦਾ ਅਰਥ ਹੁੰਦਾ ਸਿਰਜਿਆ, ਪੈਦਾ ਕੀਤਾ ਹੈ, ਬਣਾਇਆ ਹੈ, ਸਵਾਰਿਆ ਹੈ। ਇਹ ਸਾਰੀ ਤੇ ਸਾਰਾ ਕੁਛ ਤੇਰੀ ਆਪਣੀ ਰਚਨਾ ਹੈ। ਸਿਰੇ ਸਿਰ ਧੰਦੇ ਲਾਇਆ। ਸਿਰੇ ਸਿਰ, ਸਿਰੇ ਦਾ ਅਰਥ ਸਿਰ ਵੀ ਹੈ, ਸਿਰ ਦਾ ਅਰਥ ਵੀ ਸਿਰ ਹੈ। ਇਹਦਾ ਭਾਵ ਅਰਥ ਲਿਆ ਜਾਂਦਾ ਹੈ ਸਿਰਜ ਕੇ, ਰਚ ਕੇ, ਬਣਾ ਕੇ, ਸਵਾਰ ਕੇ ਸਾਰੇ ਸੰਸਾਰ ਨੂੰ ਸਿਰੇ ਸਿਰ ਲਿਖੇ ਹੋਏ ਸਿਰ ਦੇ ਲੇਖਾਂ ਅਨੁਸਾਰ, ਭਾਗਾਂ ਅਨੁਸਾਰ ਧੰਦੇ ਲਾਇਆ। ਧੰਦੇ ਦਾ ਅਰਥ ਹੈ ਕੰਮ ਕਾਰ। ਜੀਵਾਂ ਨੂੰ ਸਿਰਜ ਕੇ ਉਹਨਾਂ ਦੇ ਲਿਖੇ ਹੋਏ ਲੇਖਾਂ ਅਨੁਸਾਰ ਜੋ ਸਿਰ ਦੇ ਲੇਖ ਲਿਖੇ ਨੇ, ਸਿਰ ਕੇ ਲੇਖ ਨਾ ਪੜੇ ਇਹ ਆਣਾ। ਹਰ ਬੰਦੇ ਦੇ ਸਿਰ ਤੇ ਲੇਖਾ ਲਿਖਿਆ ਹੈ। ਸੋ ਧੰਦੇ ਲਾਇਆ, ਮੈਕੀ ਧੰਦਿਆਂ ਵਿੱਚ, ਦੁਨੀਆਦਾਰੀ ਦੇ ਕੰਮਾਂ ਵਿੱਚ, ਕਿਸੇ ਨੂੰ ਭਾਵ ਭਗਤੀ ਬੰਦਗੀ ਦੇ ਕਾਰਜ ਵਿੱਚ ਉਸ ਮਾਲਕ ਨੇ ਲਾ ਦਿੱਤਾ ਹੈ। ਵੇਖੇ ਕੀਤਾ ਆਪਣਾ, ਪਰ ਕੁਦਰਤ ਪਾਸਾ ਢਾਲ ਜੀਓ। ਤੇ ਉਹ ਅਕਾਲ ਪੁਰਖ ਜੀ ਸੰਸਾਰ ਨੂੰ ਸਿਰਜ ਕੇ ਕਿਤੇ ਪਾਸੇ ਜਾ ਕੇ ਗੁਫਾ ਵਿੱਚ ਵੜ ਕੇ ਨਹੀਂ ਬੈਠ ਗਿਆ। ਸਾਹਿਬ ਕਹਿ ਰਹੇ ਨੇ ਵੇਖਿਆ ਕੀਤਾ, ਉਹਦਾ ਕੀਤਾ ਇਹ ਸੰਸਾਰ ਹੈ। ਕੀਤਾ ਦਾ ਅਰਥ ਹੈ ਕੀਤਾ, ਪੈਦਾ ਕੀਤਾ। ਉਹਨੂੰ ਵੇਖੇ ਦੇ ਦੋ ਅਰਥ ਵਿਦਵਾਨ ਕਰਦੇ, ਇੱਕ ਤੱਕਣਾ, ਦੂਸਰਾ ਹੁੰਦਾ ਸੰਭਾਲ ਕਰਨਾ। ਕੱਲਾ ਬੰਦਾ ਵੇਖੀ ਜਾਏ ਤੇ ਅਗਲਾ ਚੀਕਾ ਮਾਰੀ ਜਾਵੇ, ਸੰਭਾਲ ਨਾ ਕਰੇ ਤਾਂ ਵੀ ਕੋਈ ਲਾਭ ਨਹੀਂ। ਵੇਖਣਾ ਵੀ ਤੇ ਸੰਭਾਲ ਵੀ ਕਰਨੀ। ਅਕਾਲ ਪੁਰਖ ਵਾਹਿਗੁਰੂ ਵੇਖੈ ਕੀਤਾ ਆਪਣਾ, ਕਿਉਂਕਿ ਉਹਦਾ ਆਪਣਾ ਹੈ। ਸੰਸਾਰ ਬਗਾਨਾ ਥੋੜਾ ਹੈ। ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹਦਾ ਸੱਚੇ ਦਾ ਵਾਸਾ ਹੈ ਸੰਸਾਰ ਅੰਦਰ। ਇਹ ਸੰਸਾਰ ਉਹਦਾ ਆਪਣਾ ਹੈ ਤੇ ਆਪਣਿਆਂ ਦੀ ਸੰਭਾਲ ਕਰਨੀ ਫਿਰ ਆਪਣਿਆਂ ਦਾ ਫਰਜ਼ ਹੁੰਦਾ ਹੈ। ਵੇਖੈ ਕੀਤਾ ਆਪਣਾ, ਆਪਣੇ ਸੰਸਾਰ ਨੂੰ ਪੈਦਾ ਕਰਕੇ ਸਿਰਜ ਕੇ ਵੇਖੇ ਵੇਖਦਾ ਸੰਭਾਲ ਕਰਦਾ ਹੈ। ਆਸਾ ਜੀ ਦੀ ਵਾਰ ਵਿੱਚ ਵੀ ਬਚਨ ਲਿਖਿਆ ਹੈ, ਜਿਸ ਦੇ ਅੰਦਰ ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਇਹ ਸਾਜੀ ਹੈ। ਦੂਸਰਾ ਅਕਾਲ ਪੁਰਖ ਤੋਂ ਦੂਜਾ ਨੰਬਰ ਕੁਦਰਤ ਦਾ ਹੈ, ਕਾਦਰ ਦੀ ਕੁਦਰਤ ਦਾ ਹੈ। ਆਪ ਹੀ ਉਹ ਆਪਣਾ ਆਸਨ ਲਾ ਕਰਕੇ ਵਿੱਚ ਬੈਠਾ ਵੇਖ ਰਿਹਾ ਹੈ। ਨਿਰਲੇਪ ਵੀ ਹੈ ਤੇ ਵਿੱਚ ਵੀ ਹੈ। ਸੋ ਕਰ ਕੁਦਰਤ ਪਾਸਾ ਢਾਲ ਜੀਓ। ਕਰ ਕਰਕੇ ਕੁਦਰਤ ਆ ਜਿਹੜੀ ਸਾਰੀ ਰਚਨਾ, ਕੁਦਰਤ ਦੇ ਅਰਥ ਬੜੇ ਨੇ। ਕੁਦਰਤ ਅਰਥ ਸ਼ਕਤੀ ਹੈ, ਬ੍ਰਹਮ ਸੱਤਿਆ। ਉਸ ਕੁਦਰਤ ਦੇ ਦੁਆਰਾ, ਇਸ ਬ੍ਰਹਮ ਸੱਤਿਆ ਦੁਆਰਾ ਆ ਜਿਹੜੀ ਸਾਰੀ ਕੁਦਰਤ ਜਿੰਨਾ ਸੰਸਾਰ ਸਿੱਟੀ ਉਸਨੇ ਸਾਜੀ। ਪਾਸਾ ਢਾਲ ਜੀ, ਇਹਨੇ ਪਾਸਾ ਢਾਲਿਆ ਹੈ। ਹੁਣ ਪਾਸਾ ਢਾਲਣਾ ਕੀ ਹੈ? ਜਿਨ੍ਹਾਂ ਨੇ ਚੌਪੜ ਖੇਲੀ ਹੈ ਉਹਨਾਂ ਨੂੰ ਤਾਂ ਕੋਈ ਅਰਥ ਗੁੰਝਲਦਾਰ ਨਹੀਂ ਜਾਪੇਗਾ। ਚੌਪੜ ਦੇ ਉੱਪਰ ਨਰਦਾਂ ਹੁੰਦੀਆਂ ਹਨ, ਨਾਲ ਪਾਸਾ ਹੁੰਦਾ ਹਾਥੀ ਦੰਦ ਦਾ ਬਣਿਆ ਹੋਇਆ। ਉਹ ਪਹਿਲੂਆ ਜਿਸ ਦੀਆਂ ਨੁਕਰਾਂ ਹੁੰਦੀਆਂ ਹਨ, ਨਾਲ ਉੱਪਰ ਕਾਲੀਆਂ ਬਿੰਦੀਆਂ ਹੁੰਦੀਆਂ ਨੇ। ਚੌਪੜ ਖੇਲਣ ਵਾਲੇ ਹੱਥਾਂ ਵਿੱਚ ਫੇਰ ਕੇ ਜਦੋਂ ਉਸ ਪਾਸੇ ਨੂੰ ਸੁੱਟਦੇ, ਫਿਰ ਉਹ ਨਰਦ ਅੱਗੇ ਤੁਰਦੀ ਹੈ। ਇਸ ਤਰ੍ਹਾਂ ਤੁਰਦੀ ਤੁਰਦੀ ਨਰਦ ਜਿਹੜੀ ਪੁੱਗ ਜਾਏ ਉਹ ਸਫਲ ਹੋ ਜਾਂਦੀ। ਉਹ ਨਰਦ ਆਪਣੇ ਘਰ ਪਹੁੰਚ ਜਾਂਦੀ, ਉਹਨੂੰ ਫਿਰ ਮਰਨ ਦਾ ਖਤਰਾ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਸ ਕੁਦਰਤ ਦੇ ਅੰਦਰ ਮਾਲਕ ਨੇ ਪਾਸਾ ਕਿਹੜਾ ਢਾਲਿਆ? ਜਿਹੜੇ 3 ਗੁਣ ਰੂਪੀ ਪਾਸਾ ਹੈ। ਰਜੋ ਗੁਣ, ਤਮੋ ਤੇ ਸਤੋ ਗੁਣ ਰੂਪੀ ਉਹਦਾ ਪਾਸਾ ਹੈ। ਆਹ ਸੰਸਾਰ ਇੱਕ ਚੌਪੜ ਦੀ ਖੇਡ ਹੈ। ਇਸ ਵਿੱਚ ਨਰਦਾਂ ਕਿਹੜੀਆਂ ਸੀ? ਜਿੰਨੇ ਬੈਠੇ ਅਸੀਂ ਸਾਰੇ ਨਰਦਾਂ ਹੀ ਹਾਂ। ਜਿੰਨੇ ਜੀਵ ਹਾਂ ਸਾਰੇ
ਇਸ ਬਾਰੇ ਸਾਹਿਬ ਕਹਿੰਦੇ ਆਪੇ ਪਾਸਾ ਆਪੇ ਸਾਰੀ, ਸਾਰੀ ਦਾ ਅਰਥ ਵੀ ਨਰਦ ਹੁੰਦਾ। ਉਹ ਮਾਲਕ ਆਪ ਹੀ ਪਾਸਾ ਰੂਪ ਹੈ ਤੇ ਆਪ ਹੀ ਜੀਵਾਂ ਰੂਪ ਨਰਦਾ ਹਨ। ਸੋ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ, ਜਿਨ੍ਹਾਂ ਮਨ ਜਿਨ ਪਾਸਾ ਢਾਲਿਆ। ਉਹਨਾਂ ਗੁਰਮੁਖ ਜਨਾਂ ਦਾ ਮਨੁੱਖਾ ਜਨਮ ਸਫਲ ਹੈ, ਜਿਨ੍ਹਾਂ ਨੇ ਮਨ ਜਿਨ ਮਨ ਨੂੰ ਜਿੱਤ ਕੇ ਪਾਸਾ ਢਾਲਿਆ। ਮਾਲਕ ਵਾਲੇ ਪਾਸੇ ਪਾਸਾ ਸੁੱਟਿਆ ਹੈ। ਬੰਦੇ ਦਾ ਪਾਸਾ ਮਾਇਆ ਵਾਲੇ ਪਾਸੇ ਵੀ ਜਾਂਦਾ ਰਹਿੰਦਾ ਹੈ। ਸੁਰਤੀ ਬਿਰਤੀ ਸੁਭਾਅ ਮਾਇਆ ਵਾਲੇ ਪਾਸੇ ਹੈ, ਉਹ ਮਾਇਆ ਦਾ ਪਾਸਾ ਹੈ। ਇੱਕ ਨਿਰੰਕਾਰ ਵਾਲਾ ਪਾਸਾ ਹੈ। ਪਾਸਾ ਸ਼ਬਦ ਬਾਣੀ ਵਿੱਚ 7 ਅਰਥ ਰੱਖਦਾ ਹੈ। ਸੋ ਪਾਸਾ ਦਾ ਅਰਥ ਪਾਸ, ਕੋਲ, ਨੇੜੇ। ਸਹਿਬ ਫਰਮਾ ਰਹੇ ਨੇ ਕਰ ਕੁਦਰਤ ਪਾਸਾ ਢਾਲ ਜੀ। ਉਸ ਕੁਦਰਤ ਮਾਲਕ ਨੇ ਸਾਰਾ ਸੰਸਾਰ ਕੁਦਰਤ ਆਪਣੀ ਸ਼ਕਤੀ ਦੁਆਰਾ ਸਿਰਜ ਕਰਕੇ ਇਹ ਪਾਸਾ ਢਾਲਿਆ ਹੋਇਆ ਹੈ। ਪਾਸਾ ਸੁੱਟਿਆ ਤੇ ਜੀਵ ਸੰਸਾਰ ਚੌਪੜ ਦੀ ਖੇਡ ਵਿੱਚ ਨਰਦਾਂ ਦੀ ਨਿਆਈ ਖੇਡ ਰਹੇ ਹਨ। ਤੇ ਮਾਲਕ ਜੀ ਦੇ ਤੇ ਕਿਰਪਾ ਕਰੇ, ਉਹਦੀ ਇਹ ਜ਼ਿੰਦਗੀ ਦੀ ਬਾਜੀ ਇਹ ਨਰਦ ਜਿਹੜੀ ਉਹ ਜਿੱਤੀ ਜਾਂਦੀ, ਮਾਰੀ ਨਹੀਂ ਜਾਂਦੀ। ਬੜੀਆਂ ਨਰਦਾਂ ਜਿਹੜੀਆਂ ਮਾਰੀਆਂ ਜਾਂਦੀਆਂ, ਇਸੇ ਤਰ੍ਹਾਂ ਜੀਵ ਰੂਪੀ ਨਰਦਾਂ ਵਿਕਾਰਾਂ ਵਿੱਚ ਖਚਿਤ ਹੋ ਕੇ ਮਰ ਜਾਂਦੀਆਂ ਨੇ। ਪਰ ਉਹ ਗੁਰਮੁਖ ਜਨ ਜ਼ਿੰਦਗੀ ਦਾ ਪਾਸਾ ਜਿਹੜਾ ਹੈ ਉਹ ਸੁੱਟ ਕਰਕੇ ਵਾਹਿਗੁਰੂ ਵਾਲੇ ਪਾਸੇ ਹੁਕਮ ਰਜਾ ਵਿੱਚ ਤੁਰ ਕਰਕੇ ਜ਼ਿੰਦਗੀ ਨੂੰ ਸਫਲ ਕਰ ਜਾਂਦੇ। ਉਹ ਆਪਣੀਆਂ ਨਰਦਾਂ ਪੁਗਾ ਜਾਂਦੇ ਹਨ। ਪ੍ਰਗਟ ਪਹਾੜੈ ਜਾਪਦਾ। ਪ੍ਰਗਟ ਦਾ ਅਰਥ ਹੈ ਪ੍ਰਤੱਖ, ਸਾਖਸ਼ਾਤ, ਸਾਹਮਣੇ। ਪਹਾਰੇ ਦਾ ਅਰਥ ਹੈ ਖਲਾਰਾ। ਆ ਜਿੰਨਾ ਸਾਰੀ ਰਚਨਾ ਨਾ ਖਲਾਰਾ ਪਸਾਰੇ ਨੂੰ ਪਹਾਰਾ ਬੋਲਦੇ ਨੇ। ਪਹਾਰਾ ਜਾਪ ਦਾ ਅਰਥ ਹੈ ਜਾਣਿਆ ਜਾਂਦਾ ਹੈ, ਪ੍ਰਤੀਤ ਹੁੰਦਾ ਹੈ, ਸਮਝ ਵਿੱਚ ਆਉਂਦਾ ਹੈ। ਸੋ ਉਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਕਹਿੰਦੇ ਸਾਨੂੰ ਦਿਸ ਰਿਹਾ ਹੈ। ਤੁਹਾਡੀ ਵੀ ਮਾਲਕ ਕਿਰਪਾ ਕਰੇ, ਦ੍ਰਿਸ਼ਟੀ ਖੁੱਲੇ। ਸਾਹਿਬ ਕਹਿੰਦੇ ਪ੍ਰਗਟ ਹੈ ਸਾਰੇ ਥਾਵਾਂ ਤੇ, ਤੂੰ ਹਾਜ਼ਰ ਜਹਰਾ। ਤਾਈਏ ਸਾਹਿਬਾਂ ਕਿਹਾ ਨਾ ਕਿ ਤੂੰ ਦਿਸੇ ਹਾਜ਼ਰ ਜਹਰਾ, ਤੂੰ ਸਾਰੇ ਥਾਵਾਂ ਤੇ ਪ੍ਰਤੱਖ ਹੈ। ਹਾਜ਼ਰ ਹਜੂਰ ਹੈ ਕਿ ਜਹਰਾ ਜਹੂਰ ਹੈ। ਕਲਗੀਧਰ ਪਾਤਸ਼ਾਹ ਵੀ ਕਹਿੰਦੇ ਉਹ ਪ੍ਰਗਟ ਪਹਾੜ ਹੈ ਜਾਪਦਾ, ਸਾਰੇ ਥਾਵਾਂ ਤੇ ਪ੍ਰਗਟ ਸਾਖਸ਼ਾਤ ਪ੍ਰਤੱਖ ਜਾਪਦਾ, ਜਾਣਿਆ ਜਾਂਦਾ, ਦਿਸਦਾ, ਪ੍ਰਤੀਤ ਹੁੰਦਾ ਹੈ। ਸਭ ਨਾਵੈ ਨੋ ਪ੍ਰਤਾਪ ਦਾ। ਸਭ ਜਿੰਨੇ ਜੀਵ ਨੇ ਨਾਵੈ ਨੋ, ਨੋ ਕਹੀਏ ਨੋ, ਨਾਮ ਦਾ ਹੀ ਪ੍ਰਤਾਪ ਦਾ ਅਰਥ ਹੈ ਲੋਚਦੇ ਚਾਹੁੰਦੇ ਨੇ। ਅੱਗੇ ਵੀ ਇਹ ਸ਼ਬਦ ਆ ਜਾ ਕੇ ਆਵੇਗਾ। ਇਹਦੇ 2 4 ਨੇ, ਇੱਕ ਪਰ ਤਾਪ ਦਾ, ਇੱਕ ਪ੍ਰਤਾਪ ਦਾ। ਸੋ ਇਹ 2 ਪਾਠ ਹਨ। ਇੱਕ ਪਰ ਵੱਖਰਾ ਕੀਤਾ ਜਾਂਦਾ, ਇੱਕ ਪ੍ਰਤਾਪ ਦਾ ਇਕੱਠਾ। ਇੱਥੇ ਪ੍ਰਤਾਪ ਦਾ ਅਰਥ ਹੈ ਲੋਚਾ, ਤਾਂਗ। ਤੇ ਅੱਗੇ ਜਾ ਕੇ ਇਸੇ ਸ਼ਬਦ ਵਿੱਚ ਆਵੇਗਾ ਪ੍ਰਤਾਪ ਲੱਗਾ ਦੁਹਾਗਣੀ। ਉੱਥੇ ਪ੍ਰਤਾਪ ਦਾ ਅਰਥ ਹੈ ਦੁੱਖ, ਚਿੰਤਾ, ਫਿਕਰ, ਗਮ। ਇੱਥੇ ਪ੍ਰਤਾਪ ਦਾ ਅਰਥ ਹੈ ਲੋਚਾ, ਤਾਂਗ, ਇੱਛਾ, ਭਾਵਨਾ, ਸਦਰ, ਉਮੀਦ। ਹਰੇਕ ਮਨੁੱਖ ਦੀ ਜਿਹੜੀ ਇੱਛਾ ਹੈ ਉਹ ਸੁੱਖ ਦੀ ਹੈ, ਭਾਵੇਂ ਸੰਸਾਰੀ ਸੁੱਖ ਦੀ ਹੋਵੇ, ਭਾਵੇਂ ਆਤਮਿਕ ਸੁੱਖ ਦੀ ਹੋਵੇ। ਤਾਂਗ ਤਾਂ ਹੈ ਨਾ। ਜਾਣੇ ਅਣਜਾਣੇ ਹਰ ਬੰਦਾ ਸਭ ਨਾਵੇਂ ਨੂੰ ਪ੍ਰਤਾਪ ਦਾ, ਨਾਮ ਨੂੰ ਹੀ ਲੋਚਦਾ ਹੈ। ਭਾਵ ਜੇਕਰ ਸੰਸਾਰੀ ਮੈਕੀ ਸੁੱਖ ਚਾਹੁੰਦਾ ਹੈ, ਤਾਂਗ ਤਾਂ ਸੁੱਖ ਦੀ ਨਾ। ਤੇ ਆਤਮਾ ਜਿਹੜੀ ਹੈ ਉਹਦੀ ਤਾਂਗ ਕਿਹੜੀ ਹੈ ਕਿ ਨਾਮ ਮਿਲੇ, ਨਾਮ ਦੁਆਰਾ ਮੈਨੂੰ ਸੁੱਖ ਪ੍ਰਾਪਤ ਹੋਵੇ। ਹੁਣ ਸਾਨੂੰ ਨਹੀਂ ਪਤਾ ਕਿ ਸਾਡੀ ਆਤਮਾ ਦੀ ਲੋੜ ਕਿਹੜੀ, ਸਾਡਾ ਆਤਮਾ ਨਾਲ ਕਦੀ ਸੰਬੰਧ ਨਹੀਂ ਬਣਿਆ। ਸਾਨੂੰ ਤਾਂ ਮਨ ਦੀਆਂ ਤੇ ਤਨ ਦੀਆਂ ਲੋੜਾਂ ਦਾ ਪਤਾ ਹੈ। ਹਰ ਬੰਦੇ ਦੀ ਆਤਮਾ ਦੀ ਲੋੜ ਕਿਹੜੀ ਉਹ ਇਸ ਪੰਕਤੀ 'ਚ ਦੱਸੀ ਹੈ। ਸਭ ਨਾਵੇ ਨੋ ਪ੍ਰਤਾਪ ਦਾ। ਹਰ ਬੰਦਾ ਨਾਮ ਨੂੰ ਚਾਹੁੰਦਾ ਹੈ। ਤੇ ਜੇ ਆਖਾਂਗੇ ਜੀ ਬੰਦਾ ਨਾਮ ਨੂੰ ਚਾਹੁੰਦਾ ਤੇ ਕਹਿਣਗੇ ਨਹੀਂ ਜੀ, ਬੰਦਾ ਤਾਂ ਚਾਹੁੰਦਾ ਕਿ ਪੁੱਤ ਹੋਵੇ, ਧੀ ਹੋਵੇ, ਘਰ ਵਾਲੀ ਨੇਕ ਹੋਵੇ, ਪੈਲੀ ਹੋਵੇ, ਕੋਠੀ ਘਰ। ਬੰਦਾ ਕਿੱਥੇ ਨਾਮ ਮੰਗਦਾ? ਗੱਲ ਬਿਲਕੁਲ ਠੀਕ ਹੈ ਬਾਹਰੀ ਤੌਰ ਤੇ ਕਿ ਬੰਦਾ ਇਹੋ ਕੁਛ ਹੀ ਚਾਹੁੰਦਾ, ਪਰ ਬੰਦੇ ਦੀ ਆਤਮਾ ਕੀ ਚਾਹੁੰਦੀ ਹੈ ਇਹ ਕਦੀ ਕਿਸੇ ਨੇ ਵੇਖਿਆ? ਜਦੋਂ ਕੋਈ ਗਹਿਰਾ ਉਤਰੇਗਾ ਨਾ, ਹਰ ਬੰਦੇ ਦੀ ਆਤਮਾ ਚਾਹੇਗੀ ਉਹ ਸੁੱਖ ਮਿਲੇ, ਜਿਹੜਾ ਸੁੱਖ ਸਦੀਵੀ ਹੋਵੇ, ਟਿਕਣ ਵਾਲਾ ਹੋਵੇ, ਜਿਹੜਾ ਸੁੱਖ ਕਦੀ ਦੁੱਖ ਵਿੱਚ ਨਾ ਬਦਲੇ। ਉਹ ਤਾਂਗ ਇੱਥੇ ਸਾਹਿਬਾਂ ਨੇ ਜ਼ਿਕਰ ਕੀਤਾ, ਉਹ ਛੁਪੀ ਹੋਈ ਤਾਂਗ, ਤੇ ਉਹ ਪ੍ਰਾਪਤ ਹੁੰਦੀ ਹੈ ਨਾਮ ਦੁਆਰਾ। ਸਭ ਨਾਵੇ ਨੂੰ ਪ੍ਰਤਾਪ ਦਾ। ਹਰੇਕ ਜੀਵ ਨਾਮ ਨੂੰ ਚਾਹੁੰਦਾ ਹੈ। ਨਾਮ ਜਪ ਦੁਆਰਾ, ਨਾਮ ਸਿਮਰਨ ਦੁਆਰਾ ਉਹ ਆਤਮਿਕ ਸੁੱਖ ਪ੍ਰਾਪਤ ਕਰਨਾ ਲੋਚਦਾ ਹੈ, ਤਾਂਗਦਾ ਹੈ। ਸਤਿਗੁਰ ਬਾਜ ਨਾ
ਉਹ ਸੁਖ, ਉਹ ਨਾਮ ਦੀ ਦਾਤ, ਉਹ ਸਦੀਵੀ ਟਿਕਾ ਸਹਿਜ ਆਪਣੇ ਯਤਨਾਂ ਨਾਲ ਕੋਈ ਹੋਰ ਵਸੀਲਿਆਂ ਨਾਲ ਮਿਲ ਸਕਦਾ। ਸਾਹਿਬ ਕਹਿੰਦੇ ਭਾਈ ਨਹੀਂ, ਬਿਲਕੁਲ ਇਹ ਭੁਲੇਵਾ ਤੇ ਭੁਲੇਖਾ ਹੈ। ਸਤਿਗੁਰ ਬਾਜ ਤੋਂ ਭਾਵ ਹੈ ਬਿਨਾ, ਬਗੈਰ, ਨਾ ਪਾਇਓ ਨਹੀਂ ਕਿਸੇ ਨੇ ਪਾ। ਜਿਹੜਾ ਨਾਮ ਦੀ ਦਾਤ ਹੈ ਨਾ, ਸਤਿਗੁਰੂ ਤੋਂ ਬਿਨਾ ਨਹੀਂ ਮਿਲਦੀ। ਨਾਮ ਨੂੰ ਭਾਵੇਂ ਚਾਹੁੰਦਾ ਹਰ ਕੋਈ ਹੈ, ਪਰ ਸਤਿਗੁਰ ਬਾਝ ਨਾ ਪਾਇਓ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਗੁਰੂ ਹੀ ਦਾਤਾ। ਸਭ ਮੋਹੀ ਮਾਇਆ ਜਾਲ, ਜਿਉ ਸਾਰੀ ਸ੍ਰਿਸ਼ਟੀ ਜਿਹੜੀ ਨਾ ਮਾਇਆ ਦੇ ਜਾਲ ਵਿੱਚ ਮੋਹੀ ਹੈ। ਮਾਇਆ ਦਾ ਜਾਲ ਮੋਹ ਰੂਪੀ ਜਾਲ ਹੈ, ਕਿਉਂਕਿ ਮਾਇਆ ਜਿਹੜੀ ਹੈ ਬੜੀ ਸੱਤਿਆ ਰੱਖਦੀ ਹੈ। ਤਾਂ ਇਹ ਸਾਹਿਬਾਂ ਕਿਹਾ ਕਿ ਸਿਵ ਸਕਤੀ ਆਪ ਉਪਾਏ ਕੇ ਕਰਤਾ, ਆਪੇ ਹੁਕਮ ਵਰਤਾ। ਸ਼ਿਵ ਨੇ ਸ਼ਕਤੀ ਪੈਦਾ ਕੀਤੀ, ਸ਼ਕਤੀ ਮਾਇਆ ਨੂੰ ਕਹਿੰਦੇ ਨੇ। ਤੇ ਮਾਇਆ ਦਾ ਪਰਦਾ, ਇਹ ਮਾਇਆ ਦਾ ਨੇ ਮੋਹ ਦਾ ਜਾਲ ਪੈਦਾ ਕੀਤਾ ਹੈ। ਅਸੀਂ ਜਿੰਨੇ ਜੀਵ ਹਾਂ ਪੰਛੀਆਂ ਦੀ ਨਿਆਈ ਹਾਂ। ਪਦਾਰਥਾਂ ਰੂਪੀ ਚੋਗਾ ਹੈ। ਪਦਾਰਥਾਂ ਰੂਪੀ ਚੋਗਾ ਜਦੋਂ ਮਾਇਆ ਪਾਉਂਦੀ ਤੇ ਮੋਹ ਦਾ ਜਾਲ ਪਾ ਕੇ ਫਿਰ ਫਸਾ ਲੈਂਦੀ ਹੈ। ਸਾਹਿਬ ਕਹਿੰਦੇ ਇਸ ਤਰ੍ਹਾਂ ਸਭ ਮੋਹੀ ਮਾਇਆ ਜਾਲ, ਜੋ ਜਿੰਨੀ ਲੁਕਾਈ ਇਹ ਸ੍ਰਿਸ਼ਟੀ ਹੈ ਜੀਵ ਨੇ, ਇਹ ਸਾਰੇ ਮਾਇਆ ਦੇ ਮੋਹ ਦੇ ਜਾਲ ਵਿੱਚ ਮੋਹੀ ਦਾ ਅਰਥ ਕੀ ਮੋਹਤ ਹੋ ਰਿਹਾ ਹੈ, ਖਚਤ ਹੋ ਰਿਹਾ ਹੈ, ਫਸ ਰਹੇ ਹਨ। ਮਾਇਆ ਦੇ ਮੋਹ ਵਿੱਚ ਹੀ ਸਾਰੇ ਜੀਵ ਲੀਨ ਹੋ ਰਹੇ ਨੇ। ਮਾਲਕ ਵਾਹਿਗੁਰੂ ਦੀ ਹੋਂਦ, ਹਸਤੀ, ਸ਼ਕਤੀ, ਸਮਰੱਥਾ ਜਿਹੜੀ ਹੈ ਉਹਦੇ ਤੇ ਵਿਸ਼ਵਾਸ ਤੇ ਭਰੋਸਾ ਨਹੀਂ ਆਉਂਦਾ। ਤੇ ਮਾਇਆ ਕੀ, ਇਹ ਮਾਇਆ ਜਿਤ ਹਰ ਵਿਸਰੇ। ਜਦੋਂ ਮਾਲਕ ਭੁੱਲ ਜਾਏ ਸੰਸਾਰ ਦੀ ਹਰ ਸ਼ੈ ਮਾਇਆ ਰੂਪ ਹੈ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਜੀ। ਅੱਜ ਐਤਵਾਰ ਦਾ ਦਿਹਾੜਾ ਹੋਣ ਕਰਕੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਜੋ ਸ਼ਾਸਤਰ ਸੁਸ਼ੋਭਿਤ ਨੇ, ਉਹਨਾਂ ਦੇ ਆਪ ਜੀ ਨੂੰ ਦਰਸ਼ਨ ਦੀਦਾਰ ਕਰਵਾਏ ਜਾਣੇ ਹਨ। ਸੋ ਆਪ ਜੀ ਨੇ ਕੁਝ ਸਮੇਂ ਵਾਸਤੇ ਸਤਿਗੁਰੂ ਸਾਹਿਬਾਨ ਜੀ ਦੇ ਜੋ ਪਾਵਨ ਪਿੱਤਰ ਇਤਿਹਾਸਕ ਸ਼ਾਸਤਰ ਸਾਹਿਬਾਂ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਹਨ, ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਲਾਹਾ ਲੈਣਾ ਜੀ। ਦੁਬਾਰਾ ਫੇਰ ਅੱਜ ਦਾ ਜੋ ਮਹਾਨ ਦਿਨ ਹੈ 19 ਜੂਨ, ਅੱਜ ਦੇ ਦਿਨ ਸਨ 1665 ਈਸਵੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਮਰ ਸ਼ਹੀਦ ਧਰਮ ਰੱਖਿਅਕ ਸਾਹਿਬਾਂ ਨੇ ਇਸ ਨਗਰ ਦੀ ਨੀਂਹ ਰੱਖੀ, ਇਸ ਨਗਰ ਦੀ ਮੋੜੀ ਗੁਡਵਾਈ, ਇਸ ਨਗਰ ਦੀ ਸਥਾਪਨਾ ਪ੍ਰਾਰੰਭ ਕੀਤੀ। ਅੱਜ ਸ੍ਰੀ ਅਨੰਦਪੁਰ ਸਾਹਿਬ ਜੀ, ਜਿਸ ਦਾ ਪਹਿਲਾ ਨਾਮ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਚੱਕ ਮਾਤਾ ਨਾਨਕੀ ਜੀ ਰੱਖਿਆ, ਉਸ ਮਹਾਨ ਨਗਰੀ ਦਾ ਅੱਜ ਸਥਾਪਨਾ ਦਿਵਸ ਹੈ। ਆਓ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਣ ਜੀ। ਗੁਰਦੁਆਰਾ ਭੋਰਾ ਸਾਹਿਬ ਵਿਖੇ ਇਸ ਮਹਾਨ ਨਗਰੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਆਪ ਜੀ ਸਿੱਖ ਸੰਗਤਾਂ ਨੇ ਹਾਜ਼ਰੀ ਭਰਦਿਆਂ ਲਾਹਾ ਲੈਣਾ ਜੀ। ਦਾਸਾਂ ਵੱਲੋਂ ਇੱਥੇ ਹੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਜੀ। ਪ੍ਰਗਟ ਪਹਾਰੈ ਜਾਪਦਾ, ਸਭ ਨਾਵੈ ਨੋ ਪਰਤਾਪ ਦਾ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਾਸਤਰਾਂ ਦੇ ਸੰਖੇਪ ਇਤਿਹਾਸ ਤੋਂ ਜਾਣੂ ਕਰਵਾਉਣਗੇ ਔਰ ਨਾਲ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਾਸਤਰਾਂ ਦੇ ਆਪ ਜੀ ਨੂੰ ਦਰਸ਼ਨ ਦੀਦਾਰ ਕਰਵਾਏ ਜਾਣਗੇ। ਸੋ ਆਓ ਸਾਧ ਸੰਗਤ ਜੀ, ਆਪਾਂ ਸਿੰਘ ਸਾਹਿਬ ਜੀ ਦੇ ਪਾਸੋਂ ਪਾਵਨ ਗੁਰੂ ਕੇ ਸ਼ਾਸਤਰਾਂ ਦਾ ਇਤਿਹਾਸ ਸਰਵਣ ਕਰਦਿਆਂ ਹੋਇਆਂ ਸਾਹਿਬਾਂ ਜੀ ਦੇ ਪਾਵਨ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰਕੇ ਲਾਹਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।